ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਸਸਕੈਚੁਆਨ ਚੋਂ ਮਿਲੀਆਂ 751 ਬੇਨਾਮ ਕਬਰਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਕੈਨੇਡਾ ਨੇ ਕੱਢਿਆ ਐਕਸਪ੍ਰੈਸ ਐਂਟਰੀ ਡਰਾਅ, 6000 ਉਮੀਦਵਾਰਾਂ ਨੂੰ ਮਿਲੇ ਸੱਦੇ। ਭਾਰਤ ਦੇ ਵਿੱਚ ਮੁੜ ਸ਼ੁਰੂ ਹੋਈਆਂ ਮੈਡੀਕਲ ਸੇਵਾਵਾਂ, ਕੈਨੇਡਾ ਹਾਈ ਕਮਿਸ਼ਨ ਨੇ ਦਿੱਤੀ ਜਾਣਕਾਰੀ। ਵੈਨਕੂਵਰ ਆਰਟ ਗੈਲਰੀ ਬਾਹਰ ਪ੍ਰਦਰਸ਼ਨ, ਕਿਸਾਨਾਂ ਦੇ ਲਈ ਫਿਰ ਚੁੱਕੀ ਜਾਵੇਗੀ ਆਵਾਜ਼। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਹਫ਼ਤੇ ਰਹੇਗੀ ਕਾਫੀ ਗਰਮੀ, ਬੇਘਰ ਲੋਕਾਂ ਨੂੰ ਪਾਣੀ ਪਹੁੰਚਾਉਣਾ ਜ਼ਰੂਰੀ। ਨਸ਼ੇ ਦੇ ਮਾਮਲੇ ਦੇ ਵਿੱਚ 15 ਜਾਣੇ ਕਾਬੂ, ਕਿਸੇ ਪੰਜਾਬੀ ਦਾ ਨਾਮ ਨਹੀਂ ਸ਼ਾਮਿਲ। ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 751 ਬੇਨਾਮ ਕਬਰਾਂ ਮਿਲੀਆਂ ਨੇ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਇਆ ਹੈ, ਜਿੱਥੇ ਉਹਨਾਂ ਵੱਲੋਂ ਮੂਲ ਨਿਵਾਸੀ ਭਾਈਚਾਰੇ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਵੀ ਬਰਾਮਦ ਹੋਏ ਸਨ। ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ ਨੇ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਸੰਬੰਧੀ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਇਹ ਖਬਰ ਸੁਣ ਕੇ ਬਹੁਤ ਦੁੱਖ ਲੱਗਿਆ। ਪ੍ਰਧਾਨ ਮੰਤਰੀ ਵੱਲੋਂ ਕਾਊਸਸ ਫਰਸਟ ਨੇਸ਼ਨ ਅਤੇ ਸਾਰੀਆਂ ਇੰਡੀਜੀਅਸ ਕਮਿਊਨਿਟੀਜ਼ ਦੇ ਨਾਲ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੱਸਣਯੋਗ ਹੈ ਕਿ ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ। ਫੈਡਰੇਸ਼ਨ ਆਫ ਸੋਵੇਰੀਅਨ ਇੰਡੀਜੀਅਸ ਨੇਸ਼ਨਸ ਅਤੇ ਕਾਊਸਸ ਫਰਸਟ ਨੇਸ਼ਨ ਇਨ ਸਸਕੈਚੁਆਨ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚ 751 ਬੇਨਾਮ ਕਬਰਾਂ ਪਾਈਆਂ ਗਈਆਂ। ਇਸ ਦੇ ਬਾਰੇ ਸਾਰੀ ਜਾਣਕਾਰੀ FSIN ਦੇ ਮੁਖੀ ਬੌਬੀ ਕੈਮਰਨ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਸਨ। ਤਾਜ਼ਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੀਫ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਸਾਰੀਆਂ ਨਿਸ਼ਾਨ ਰਹਿਤ ਜਾਣੀ ਕਿ ਬੇਨਾਮ ਕਬਰਾਂ ਦੇ ਵਿੱਚ ਬੱਚੇ ਸਨ ਜਾਂ ਫਿਰ ਨਹੀਂ। ਜਾਣਕਾਰੀ ਦੇ ਮੁਤਾਬਕ ਰਿਹਾਇਸ਼ੀ ਸਕੂਲ ਦਾ ਕਬਰਸਤਾਨ ਰੋਮਨ ਕੈਥੋਲਿਕ ਚਰਚ ਦੁਆਰਾ ਚਲਾਇਆ ਜਾਂਦਾ ਸੀ। ਨੈਸ਼ਨਲ ਸੈਂਟਰ ਫਾਰ ਟਰੁਥ ਐਂਡ ਰੀਕਨਸਿਲੀਏਸ਼ਨ ਰਿਕਾਰਡ ਦੇ ਮੁਤਾਬਕ ਸਕੂਲ ਰੋਮਨ ਕੈਥੋਲਿਕ ਮਿਸ਼ਨਰੀਜ਼ ਦੁਆਰਾ ਬਣਾਇਆ ਗਿਆ ਸੀ। ਫੈਡਰਲ ਸਰਕਾਰ ਵੱਲੋਂ 1901 ਦੇ ਵਿੱਚ ਸਕੂਲ ਨੂੰ ਫੰਡ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਕੈਨੇਡਾ ਵੱਲੋਂ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ। ਇਸ ਡਰਾਅ ਦੇ ਵਿੱਚ CRS ਸਕੋਰ ਇੱਕ ਵਾਰ ਫਿਰ ਤੋਂ ਘੱਟ ਹੋਇਆ ਹੈ। ਨਵੇਂ ਡਰਾਅ ਦੇ ਵਿੱਚ CRS ਸਕੋਰ ਰਿਕੁਆਇਰਮੈਂਟ 357 ਦੀ ਰਹੀ ਹੈ। ਇੱਕੋ ਵਾਰਡ ਦੇ ਵਿੱਚ 6000 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕੈਨੇਡਾ ਵੱਲੋਂ ਆਪਣੀ ਨਵੀਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ CRS ਸਕੋਰ ਇੱਕ ਵਾਰ ਫਿਰ ਤੋਂ ਘੱਟ ਹੋਇਆ ਹੈ। ਨਵੇਂ ਡਰਾਅ ਦੇ ਵਿੱਚ CRS ਸਕੋਰ 357 ਰਿਹਾ। ਜੂਨ 24 ਨੂੰ ਜੋ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ, ਉਸ ਦੇ ਵਿੱਚ ਇੱਕੋ ਵਾਰ 6000 CEC ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਇਸ ਤੋਂ ਪਹਿਲਾਂ ਫਰਵਰੀ 13 ਨੂੰ ਜੋ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਸੀ, ਉਸ ਡਰਾਅ ਦੇ ਵਿੱਚ CRS ਸਕੋਰ ਕਾਫੀ ਹੇਠਾਂ ਆਇਆ ਸੀ, ਜੋ ਕਿ ਉਸ ਸਮੇਂ 75 ਪੁਆਇੰਟ ਘੱਟ ਰਿਹਾ ਸੀ। ਇੰਨਾ ਹੀ ਨਹੀਂ, ਇੱਕੋ ਵਾਰ ਦੇ ਵਿੱਚ 27332 CEC ਕੈਂਡੀਡੇਟਸ ਨੂੰ ਸੱਦੇ ਵੀ ਜਾਰੀ ਕੀਤੇ ਗਏ ਸਨ। ਦੇਖਿਆ ਜਾ ਰਿਹਾ ਹੈ ਕਿ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ CRS ਸਕੋਰ ਰਿਕੁਆਇਰਮੈਂਟ ਲਗਾਤਾਰ ਘਟ ਰਹੀ ਹੈ। ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਜੋ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟਾਰਗੇਟ ਤੈਅ ਕੀਤਾ ਗਿਆ ਹੈ। IRCC ਵੱਲੋਂ ਟਾਰਗੇਟ ਮਿਥਿਆ ਗਿਆ ਹੈ ਕਿ ਸਾਲ ਦੇ ਵਿੱਚ 4,01,000 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਪਿਛਲੇ ਸਾਲ ਦਾ ਇਮੀਗ੍ਰੇਸ਼ਨ ਟਾਰਗੇਟ ਪੂਰਾ ਨਹੀਂ ਹੋ ਸਕਿਆ। ਇਸ ਦੇ ਚੱਲਦਿਆਂ ਇਸ ਵਾਰ ਇਮੀਗ੍ਰੇਸ਼ਨ ਵਿਭਾਗ ਆਪਣੇ ਟੀਚੇ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। CEC ਉਮੀਦਵਾਰਾਂ ਦੇ ਕੋਲਡ ਸਕਿਲਡ ਆਕਿਊਪੇਸ਼ਨ ਦਾ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਉਮੀਦਵਾਰਾਂ ਦੇ ਕੋਲ ਇੰਗਲਿਸ਼ ਜਾਂ ਫਿਰ ਫ੍ਰੈਂਚ ਦਾ ਇੰਟਰਮੀਡੀਏਟ ਲੈਵਲ ਹੋਣਾ ਵੀ ਜ਼ਰੂਰੀ ਹੈ। ਇਸ ਸਾਲ ਜਾਣੀ ਕਿ 2021 ਦੇ ਦੌਰਾਨ ਐਕਸਪ੍ਰੈਸ ਐਂਟਰੀ ਮੈਨੇਜਡ ਪ੍ਰੋਗਰਾਮ ਦੇ ਜ਼ਰੀਏ 1,08,500 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਤੱਕ IRCC ਵੱਲੋਂ 88,715 ਇਨਵੀਟੇਸ਼ਨ ਟੂ ਅਪਲਾਈ ਜਾਰੀ ਕੀਤੇ ਜਾ ਚੁੱਕੇ ਨੇ, ਜੋ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 46,392 ਸਨ। ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਡੀਕਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ।
ट्विटर के उपर ट्वीट करके इस संबंधी सारी जानकारी उन्होंने वालों स्पष्ट की गई है। नाल ही उन्होंने वालों एक लिंक भी साझा किया गया है जिस दे उपर क्लिक करके तुसी देख सकते हो कि किहड़ियां-किहड़ियां जगह के उपर जो बुकिंग है वो की जा सकती है, जानी कि मैडिकल सेवावां शुरू कीतियां गईयां ने। नंबर भी इस लिंक के उपर जारी किए गए ने। कैनेडियन हाई कमिशन वालों वीज़ा एप्लीकेंट्स के लिए एक खास जानकारी साझी की है। उन्होंने वालों ट्विटर के उपर ट्वीट करके ये जानकारी साझी की गई है कि भारत दे विच हुण मैडिकल की सेवा मुड़ तो शुरू कर दी गई है। हाई कमिशन का कहना है कि भारत दे विच हुण मैडिकल के लिए अपॉइंटमेंट शुरू कीतियां जा चुकियां ने। पंजाब दे विच चंडीगढ़, लुधियाना ते मोहाली दे विच ये सेवावां मुड़ तो शुरू कीतियां गईयां ने। इन्हां शहरां दे विच कित्थे अपनी अपॉइंटमेंट बुक करवाई जा सकती है, जानी कि किहड़ियां-किहड़ियां थावां दे उपर सेवावां शुरू ने। इसकी सारी जानकारी कैनेडियन हाई कमिशन वालों एक लिंक साझा करके की गई है। भारत दे विच इस समय अहमदाबाद, बेंगलुरु, चंडीगढ़, चेन्नई, गुवाहाटी, हैदराबाद, केरला, कोलकाता, लुधियाना, मोहाली, मुंबई, न्यू दिल्ली, पुणे ਅਤੇ त्रिवेंद्रम ਦੇ ਵਿੱਚ ਇਹ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਨਾਲ ਹੀ ਹਾਈ ਕਮਿਸ਼ਨ ਵੱਲੋਂ ਵਿਦਿਆਰਥੀਆਂ ਦੇ ਲਈ ਵੀ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀਆਂ ਨੇ ਅਪਫਰੰਟ ਮੈਡੀਕਲ ਤੋਂ ਬਿਨਾਂ ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਵਾਈ ਹੈ, ਉਹਨਾਂ ਵਿਦਿਆਰਥੀਆਂ ਨੂੰ ਅਪਾਇੰਟਮੈਂਟ ਦੇ ਵਾਸਤੇ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮੀਨੇਸ਼ਨ ਫਾਰਮ ਦਾ ਇੰਤਜ਼ਾਰ ਕਰਨਾ ਹੋਵੇਗਾ। कैनेडियन हाई कमिशन वालों अपने ट्विटर के उपर एक लिंक भी साझा किया गया है जिथे अपने देश का नाम सर्च करके ये पता लगाया जा सकता है कि किथे मैडिकल की सेवा मुड़ तो शुरू की गई है। इन्हां थावां दे नंबर भी जारी किए गए हैं जिथे कॉल करके जानकारी हासिल की जा सकती है। भारत के किसानों के लिए कैनेडा दे विच एक बार फिर तो आवाज़ बुलंद की जा रही है जिथे वैनकूवर आर्ट गैलरी के बाहर स्लीप आउट रखा गया है। शनिवार वाले दिन इत्थे भारत के किसानों के लिए प्रदर्शन किया जाएगा। अपील की गई है कि ज़्यादा तो ज़्यादा लोग इत्थे शामिल होण। कैनेडा दे विच एक बार फिर तो भारत के किसानों के लिए आवाज़ चुकी जा रही है। शनिवार वाले दिन वैनकूवर आर्ट गैलरी के बाहर किसान स्लीप आउट रखा गया है। ਭਾਰਤ ਦੇ ਵਿੱਚ ਲੰਬੇ ਸਮੇਂ ਤੋਂ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਦਿੱਲੀ ਬਾਰਡਰਾਂ ਦੇ ਉੱਪਰ ਬੈਠ ਇਹਨਾਂ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜਿੱਥੇ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਉਹ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨ ਲੈ ਕੇ ਆਏ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ। ਕੈਨੇਡਾ ਦੇ ਵਿੱਚ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀਆਂ ਕੱਢੀਆਂ ਗਈਆਂ, ਮਹਾ ਪੰਚਾਇਤਾਂ ਕਰਵਾਈਆਂ ਗਈਆਂ ਅਤੇ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰਦਰਸ਼ਨ ਹੁੰਦੇ ਰਹੇ ਨੇ। 26 ਜੂਨ ਸ਼ਨੀਵਾਰ ਵਾਲੇ ਦਿਨ वैनकूवर आर्ट गैलरी के बाहर किसान स्लीप आउट रखा गया है। प्रदर्शन का समा 6 बजे तो 9 बजे तक का तय किया गया है जिस तो बाद स्लीप आउट के लिए 9 बजे तो 6 बजे तक का समा रखा गया है। लोगों को अपील की गई है कि वध तो वध वो इस प्रदर्शन के हिस्सा लैण ताकि भारत के किसानों के नाल अपनी हमायत का प्रगटावा एक बार फिर तो किया जाए। इन्वायरमेंट कैनेडा वालों जानकारी दी गई है कि ब्रिटिश कोलंबिया दे विच इस हफ्ते बहुत ज़्यादा गर्मी रहन वाली है, पर इस दे कारण जिहड़े बेघर लोग ने सड़कों के उपर रहन वाले उन्होंने काफ़ी ज़्यादा परेशानियों का सामना करना पै सकता है। इस करके कहा जा रहा है कि इन्हां जरूरतमंदों तक जो पानी है ते होर जरूरत दीयां चीज़ां जरूर मुहैया करवाईयां जाण। ब्रिटिश कोलंबिया दे विच इस हफ्ते काफ़ी ज़्यादा गर्मी रहन वाली है। इस हीट वेव के कारण जिहड़े लोग सड़कों के उपर रह रहे हैं उन्हां दे लई खतरा पैदा हो सकता है। एडवोकेसी ग्रुप वालों बेघर लोगों के लिए चिंता का प्रगटावा किया गया। इन्वायरमेंट कैनेडा वालों प्रोविंस के ਵੱਖ-ਵੱਖ हिस्सों के वास्ते हीट वार्निंग जारी की गई है जिथे उन्होंने कहा है कि कुछ जगह के उपर 40 डिग्री सैल्सीयस तो वध तापमान दर्ज किया जा सकता है। डायरैक्टर चैल्सी मिनहास वालों जानकारी दी गई है कि जिहड़े कोवनेट हाउस वैनकूवर वालों यूथ नूं उन्हां दीयां जरूरत दीयां चीज़ां जिवें कि खाना, शैल्टर अते कपड़े मुहैया करवाए जाते हैं, उन्हां वालों जल्द ही इन्हां सप्लाईज़ नूं इकट्ठा किया जा रहा है। उन्हां वालों इस सब अपकमिंग हीट दे वास्ते किया जा रहा है। मिनहास का कहना है कि इस बार दी हीट वेव पहलां नालों जल्द आ गई। साडे वालों तैयारी की जा रही है कि असीं जल्द ही जिहड़ियां जरूरत दीयां चीज़ां ने उन्हां नूं इकट्ठा कर लईए। उन्होंने कहा कि जिहड़े लोग सड़कों के उपर रहंदे ने उन्हां नूं ये हीट वेव काफ़ी ज़्यादा प्रभावित कर सकती है क्योंकि उन्हां वास्ते काफ़ी ज़्यादा खतरनाक साबित हो सकती है। जरूरी है कि इन्हां सब तक पानी अते खाना मुहैया करवाया जाए। BCSPCA वालों भी एक चेतावनी जारी की गई है जिथे उन्होंने कहा कि अपने पैट्स जानी कि पालतू जानवरों नूं गर्म गड्डियां दे विच ना छड्डिया जाए।
ਜਦੋਂ ਆਪਣੇ ਵਾਹਨ ਪਾਰਕ ਕੀਤੇ ਹੁੰਦੇ ਨੇ, ਇਸ ਦੇ ਵਿੱਚ ਪਾਲਤੂ ਜਾਨਵਰ ਨੂੰ ਨਾ ਛੱਡਿਆ ਜਾਵੇ। ਬਿਹਤਰ ਹੋਵੇਗਾ ਕਿ ਇਹਨਾਂ ਜਾਨਵਰਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਜਾਵੇ, ਕਿਉਂਕਿ ਇੰਨੀ ਗਰਮੀ ਦੇ ਵਿੱਚ ਇਹਨਾਂ ਜਾਨਵਰਾਂ ਨੂੰ 10 ਮਿੰਟਾਂ ਦੇ ਅੰਦਰ ਹੀ ਬ੍ਰੇਨ ਡੈਮੇਜ ਹੋ ਸਕਦਾ ਹੈ। ਇਸ ਸਭ ਤੋਂ ਬਾਅਦ ਇਹੀ ਬਿਹਤਰ ਹੈ ਕਿ ਇਹਨਾਂ ਪਾਲਤੂ ਜਾਨਵਰਾਂ ਨੂੰ ਘਰ ਦੇ ਵਿੱਚ ਰੱਖਿਆ ਜਾਵੇ। ਪੀਲ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਸ਼ੇ ਦੇ ਮਾਮਲੇ ਦੇ ਵਿੱਚ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ 15 ਜਾਣਿਆਂ ਨੂੰ ਨਸ਼ੇ ਸੰਬੰਧੀ ਚਾਰਜ ਕੀਤਾ ਗਿਆ। ਰਾਹਤ ਦੀ ਖਬਰ ਇਹ ਰਹੀ ਹੈ ਕਿ ਇਸ ਦੇ ਵਿੱਚ ਕਿਸੇ ਵੀ ਪੰਜਾਬੀ ਦਾ ਨਾਮ ਸ਼ਾਮਿਲ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਵੀ ਡਰੱਗ ਦੇ ਨਾਲ ਸੰਬੰਧਿਤ ਰਿਕਵਰੀ ਕੀਤੀ ਗਈ ਹੈ ਉਸ ਦੇ ਵਿੱਚ ਵੱਡੀ ਗਿਣਤੀ ਪੰਜਾਬੀ ਸ਼ਾਮਿਲ ਪਾਏ ਗਏ ਸਨ। ਤੇ ਹੁਣ ਜੋ ਇਹ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਚਾਰਜ ਕੀਤਾ ਗਿਆ, ਇਸ ਦੇ ਵਿੱਚ ਕਿਸੇ ਵੀ ਪੰਜਾਬੀ ਦਾ ਨਾਮ ਨਹੀਂ ਸਾਹਮਣੇ ਆਇਆ। ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੀਲ ਖੇਤਰ ਦੇ ਵਿੱਚ ਨਸ਼ਾ ਤਸਕਰੀ ਦੇ ਨਾਲ ਜੁੜੇ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਇਹਨਾਂ 15 ਜਾਣਿਆਂ ਦੇ ਕੋਲੋਂ 3 ਫਾਇਰ ਆਰਮ, 1700 ਗ੍ਰਾਮ ਦੇ ਕਰੀਬ ਫੈਂਟਨਿਲ, 1500 ਗ੍ਰਾਮ ਦੇ ਕਰੀਬ ਕੋਕੇਨ, 1700 ਗ੍ਰਾਮ ਦੇ ਕਰੀਬ ਮੈਥਮਫੈਟਾਮਾਈਨ, 91 ਗ੍ਰਾਮ ਦੇ ਕਰੀਬ ਹੈਰੋਇਨ ਅਤੇ $5000 ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ। ਨਸ਼ੇ ਦੇ ਸੰਬੰਧ ਦੇ ਵਿੱਚ ਪਿਛਲੀਆਂ 2 ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ, ਉਸ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੇ ਨਾਮ ਸਾਹਮਣੇ ਆਏ ਸਨ। ਪਰ ਇਹ ਜੋ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਰਾਹਤ ਦੀ ਖਬਰ ਇਹ ਰਹੀ ਕਿ ਕਿਸੇ ਵੀ ਪੰਜਾਬੀ ਦਾ ਨਾਮ ਸ਼ਾਮਿਲ ਨਹੀਂ ਹੈ। 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਅਤੇ ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਵੱਲੋਂ ਸਤੰਬਰ 2020 ਦੇ ਸ਼ੁਰੂ ਦੇ ਵਿੱਚ ਡਰੱਗ ਟ੍ਰੈਫਿਕਿੰਗ ਦੇ ਖਿਲਾਫ ਜਾਂਚ ਦੀ ਸ਼ੁਰੂਆਤ ਕੀਤੀ ਗਈ। ਜੂਨ 22, 2021 ਨੂੰ ਟੋਰਾਂਟੋ ਅਤੇ ਬਰੈਂਪਟਨ ਦੇ ਕਈ ਜਗ੍ਹਾ ਦੇ ਉੱਪਰ ਸਰਚ ਵਾਰੰਟ ਕੰਡਕਟ ਕੀਤੇ ਗਏ। ਇਸ ਦੇ ਨਤੀਜੇ ਵਜੋਂ 15 ਜਾਣਿਆਂ ਦੇ ਕੋਲੋਂ ਫਾਇਰ ਆਰਮ, ਨਕਦੀ ਅਤੇ ਨਸ਼ਾ ਬਰਾਮਦ ਕੀਤਾ ਗਿਆ ਹੈ। ਇਹਨਾਂ 15 ਜਾਣਿਆਂ ਤੋਂ ਜਿਹੜਾ ਨਸ਼ਾ ਬਰਾਮਦ ਕੀਤਾ ਗਿਆ ਉਸ ਦੀ ਸਟਰੀਟ ਵੈਲਿਊ $7 ਲੱਖ ਦੇ ਕਰੀਬ ਦੀ ਦੱਸੀ ਗਈ ਹੈ। ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਦੇ ਇੰਸਪੈਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੀਲ ਖੇਤਰ ਦੀ ਸੁਰੱਖਿਆ ਸਾਡੇ ਵਾਸਤੇ ਸਭ ਤੋਂ ਜ਼ਰੂਰੀ ਹੈ। ਸਾਡੀ ਪ੍ਰਾਇੋਰਟੀ ਇਸ ਖੇਤਰ ਦੇ ਵਿੱਚ ਗਨ ਅਤੇ ਗੈਂਗ ਐਕਟੀਵਿਟੀ ਨੂੰ ਖਤਮ ਕਰਨਾ ਹੈ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਦੇ ਨਾਲ 9054532121 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਪੀਲ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਓਵਰਡੋਜ਼ ਕ੍ਰਾਈਸਿਸ ਕਾਫੀ ਵੱਧ ਰਿਹਾ। 2019 ਦੇ ਮੁਕਾਬਲੇ 2020 ਦੇ ਵਿੱਚ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਜਾਣਕਾਰੀ ਦਿੱਤੀ ਗਈ ਹੈ ਏਜੰਸੀ ਵੱਲੋਂ ਕਿ ਪਹਿਲਾਂ ਦੇ ਮੁਕਾਬਲੇ ਜਿਹੜਾ ਲਗਾਤਾਰ ਓਵਰਡੋਜ਼ ਦੇ ਕਾਰਨ ਮੌਤਾਂ ਦਾ ਅੰਕੜਾ ਹੈ ਉਹ ਵਧਦਾ ਹੀ ਜਾ ਰਿਹਾ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੋਵਿਡ-19 ਵਾਇਰਸ ਦੇ ਕਾਰਨ ਓਵਰਡੋਜ਼ ਕ੍ਰਾਈਸਿਸ ਕਾਫੀ ਵੱਧ ਗਿਆ ਹੈ। ਇਸ ਦੇ ਕਾਰਨ ਕਈਆਂ ਦੀ ਜਾਨ ਜਾ ਰਹੀ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਮੁਤਾਬਕ 2020 ਦੇ ਦੌਰਾਨ ਓਪੀਓਇਡ ਓਵਰਡੋਜ਼ ਦੇ ਕਾਰਨ 6214 ਜਾਨਾਂ ਚਲੀਆਂ ਗਈਆਂ, ਜਿਸ ਦਾ ਮਤਲਬ ਹੈ ਕਿ ਹਰ ਦਿਨ 17 ਦੇ ਕਰੀਬ ਮੌਤਾਂ ਇਸ ਦੇ ਕਾਰਨ ਜਾਣੀ ਕਿ ਓਪੀਓਇਡ ਓਵਰਡੋਜ਼ ਦੇ ਕਾਰਨ ਹੋ ਰਹੀਆਂ ਨੇ। 2019 ਦੇ ਵਿੱਚ ਇਹ ਅੰਕੜਾ 4000 ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ 2020 ਦੇ ਵਿੱਚ ਵੱਧ ਹੋਇਆ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ, ਜੋ ਬਾਰਡਰ ਦੇ ਉੱਪਰ ਵੀ ਰਿਸਟ੍ਰਿਕਸ਼ਨ ਜਾਰੀ ਹਨ, ਉਸ ਕਰਕੇ ਇਲਿਸਿਟ ਡਰੱਗ ਦੀ ਜੋ ਸਪਲਾਈ ਹੈ ਉਸ ਦੇ ਉੱਪਰ ਅਸਰ ਪਿਆ। ਨਤੀਜੇ ਵਜੋਂ ਟੌਕਸਿਕ ਅਡਲਟਰੈਂਟਸ ਦੇ ਵਿੱਚ ਵਾਧਾ ਹੋ ਗਿਆ। ਹੈਲਥ ਕੈਨੇਡਾ ਵੱਲੋਂ ਮੌਜੂਦਾ ਸਮੇਂ ਵੈਨਕੂਵਰ ਦੇ ਨਾਲ ਮਿਲ ਕੇ ਇਸ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ। ਏਜੰਸੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 2016 ਤੋਂ ਲੈ ਕੇ 2020 ਦੇ ਦੌਰਾਨ 21174 ਜਾਨਾਂ ਇਸ ਦੇ ਕਾਰਨ ਚਲੀਆਂ ਗਈਆਂ। ਕੋਰੋਨਾ ਵਾਇਰਸ ਦੇ ਦੌਰਾਨ ਓਵਰਡੋਜ਼ ਦੇ ਵਿੱਚ ਜੋ ਵਾਧਾ ਹੋਇਆ ਹੈ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਕਰਕੇ ਇਸ ਨੂੰ ਜਲਦ ਖਤਮ ਕਰਨ ਦੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਓਨਟਾਰੀਓ ਵੱਲੋਂ ਜੋ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ, ਉਸ ਰੀਓਪਨਿੰਗ ਪਲਾਨ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਜੂਨ 30 ਤੋਂ ਕੀਤੀ ਜਾ ਰਹੀ ਹੈ। ਤੈਅ ਸਮੇਂ ਤੋਂ ਪਹਿਲਾਂ ਇਹ ਜਿਹੜਾ ਰੀਓਪਨਿੰਗ ਪਲਾਨ ਦਾ ਪੜਾਅ ਹੈ ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਹ ਇਸ ਕਰਕੇ ਕਿਉਂਕਿ ਓਨਟਾਰੀਓ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਈ ਗਈ ਹੈ। ਕਿਹਨਾਂ ਚੀਜ਼ਾਂ ਦੇ ਵਿੱਚ ਰਾਹਤ ਹੋਏਗੀ, ਕਿਹੜੀਆਂ ਚੀਜ਼ਾਂ ਖੁੱਲਣਗੀਆਂ, ਇਸ ਦੀ ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ ਜੂਨ 30 ਤੋਂ ਰੀਓਪਨਿੰਗ ਦਾ ਦੂਸਰਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਓਨਟਾਰੀਓ ਸਰਕਾਰ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਰੀਓਪਨਿੰਗ ਪਲਾਨ ਲਿਆਂਦਾ ਗਿਆ, ਉਸ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਪ੍ਰੋਵਿੰਸ ਦੇ ਵਿੱਚ ਜੂਨ 30 ਤੋਂ ਹੋਣ ਜਾ ਰਹੀ ਹੈ।
ਜ਼ਿਆਦਾ ਤੋਂ ਜ਼ਿਆਦਾ ਓਨਟਾਰੀਓ ਵਾਸੀਆਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ, ਜਿਸ ਤੋਂ ਬਾਅਦ ਜੋ ਲੰਬੇ ਸਮੇਂ ਤੋਂ ਕਾਰੋਬਾਰ ਬੰਦ ਪਏ ਨੇ ਉਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਸਮੇਂ ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਵੈਸੇ ਇਹ ਜੋ ਪੜਾਅ ਹੈ ਉਸ ਨੂੰ ਜੁਲਾਈ 2 ਤੋਂ ਲਾਗੂ ਕੀਤਾ ਜਾਣਾ ਸੀ, ਪਰ ਕਿਉਂਕਿ ਓਨਟਾਰੀਓ ਵਾਸੀਆਂ ਨੂੰ ਜਲਦ ਵੈਕਸੀਨੇਸ਼ਨ ਲੱਗ ਰਹੀ ਹੈ, ਇਸ ਦੇ ਚੱਲਦਿਆਂ ਇਸ ਨੂੰ ਪਹਿਲਾਂ ਜਾਣੀ ਕਿ ਜੂਨ 30 ਤੋਂ ਹੀ ਲਾਗੂ ਕਰ ਦਿੱਤਾ ਜਾਵੇਗਾ। ਓਨਟਾਰੀਓ ਦੇ ਵਿੱਚ ਵਾਟਰਲੂ ਖੇਤਰ ਹੀ ਅਜਿਹਾ ਖੇਤਰ ਹੈ ਜਿੱਥੇ ਅਜੇ ਅਗਲੇ ਪੜਾਅ ਨੂੰ ਸ਼ੁਰੂ ਨਹੀਂ ਕੀਤਾ ਜਾਵੇਗਾ, ਕਿਉਂਕਿ ਇੱਥੇ ਅਜੇ ਡੈਲਟਾ ਵੇਰੀਐਂਟ ਦਾ ਖਤਰਾ ਹੈ। ਇਸ ਨਵੇਂ ਪੜਾਅ ਦੇ ਤਹਿਤ ਪਰਸਨਲ ਕੇਅਰ ਸਰਵਿਸਿਜ਼ ਜਿਵੇਂ ਕਿ ਹੇਅਰ ਅਤੇ ਨੇਲ ਸੈਲੂਨ ਇਹਨਾਂ ਕਾਰੋਬਾਰਾਂ ਨੂੰ 25% ਦੀ ਕੈਪੈਸਿਟੀ ਦੇ ਨਾਲ ਖੋਲ੍ਹਿਆ ਜਾਵੇਗਾ। ਆਊਟਡੋਰ ਡਾਈਨਿੰਗ ਦੀ ਜੋ ਲਿਮਿਟ ਹੈ ਉਸ ਨੂੰ 4 ਤੋਂ ਵਧਾ ਕੇ 6 ਕਰ ਦਿੱਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ ਟੇਬਲ ਦੇ ਉੱਪਰ 6 ਜਾਣੇ ਬੈਠ ਸਕਣਗੇ। ਨਾਨ ਐਸੈਂਸ਼ੀਅਲ ਰੀਟੇਲ ਨੂੰ 25% ਦੀ ਸਮਰੱਥਾ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ। ਆਊਟਡੋਰ ਸੋਸ਼ਲ ਗੈਦਰਿੰਗ ਦੇ ਵਿੱਚ 25 ਜਾਣੇ ਸ਼ਾਮਿਲ ਹੋ ਸਕਦੇ ਨੇ। ਇਨਡੋਰ ਸੋਸ਼ਲ ਗੈਦਰਿੰਗ ਦੇ ਵਿੱਚ 5 ਜਾਣਿਆਂ ਦੀ ਇਜਾਜ਼ਤ ਹੋਵੇਗੀ। ਐਸੈਂਸ਼ੀਅਲ ਅਤੇ ਹੋਰ ਸਿਲੈਕਟ ਰੀਟੇਲ ਨੂੰ 50% ਦੀ ਕੈਪੈਸਿਟੀ ਦੇ ਨਾਲ ਖੋਲ੍ਹਿਆ ਜਾ ਸਕੇਗਾ। ਇਨਡੋਰ ਧਾਰਮਿਕ ਇਕੱਠ ਦੀ ਇਜਾਜ਼ਤ ਹੋਵੇਗੀ। ਵਿਆਹ ਅਤੇ ਫਿਨਰਲ ਦੇ ਵਿੱਚ 25 ਜਾਣਿਆਂ ਦੀ ਕੈਪੈਸਿਟੀ ਨੂੰ ਇਜਾਜ਼ਤ ਦਿੱਤੀ ਗਈ ਹੈ। ਆਊਟਡੋਰ ਫਿਟਨੈਸ ਕਲਾਸਿਸ ਦੇ ਵਿੱਚ ਇੰਨੇ ਜਾਣੇ ਸ਼ਾਮਿਲ ਹੋ ਸਕਦੇ ਨੇ ਜਿੱਥੇ 3 ਮੀਟਰ ਦੀ ਫਿਜ਼ੀਕਲ ਡਿਸਟੈਂਸਿੰਗ ਬਰਕਰਾਰ ਰੱਖੀ ਜਾ ਸਕੇ। ਬੱਚਿਆਂ ਵਾਸਤੇ ਓਵਰਨਾਈਟ ਕੈਂਪ ਖੋਲ੍ਹਣ ਦੀ ਇਜਾਜ਼ਤ ਹੋਵੇਗੀ, ਪਰ ਇੱਥੇ ਸੇਫਟੀ ਗਾਈਡਲਾਈਨਸ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਆਊਟਡੋਰ ਕੰਸਰਟ ਵੈਨਿਊ, ਥੀਏਟਰ, ਸਿਨੇਮਾ ਵਾਸਤੇ 25% ਦੀ ਕੈਪੈਸਿਟੀ ਦੀ ਪਰਮਿਸ਼ਨ ਦਿੱਤੀ ਗਈ ਹੈ। ਆਊਟਡੋਰ ਹਾਰਸ ਰੇਸਿੰਗ ਅਤੇ ਮੋਟਰ ਸਪੀਡਵੇਜ਼ ਨੂੰ ਵੀ 25% ਦੀ ਸਮਰੱਥਾ ਦੇ ਨਾਲ ਮੁੜ ਤੋਂ ਖੋਲ੍ਹਿਆ ਜਾਵੇਗਾ। ਆਊਟਡੋਰ ਫੇਅਰ, ਰੂਰਲ ਐਗਜ਼ੀਬਿਸ਼ਨ, ਫੈਸਟੀਵਲ ਇਸ ਸਭ ਨੂੰ ਵੀ 25% ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਵਿੱਤ ਮੰਤਰੀ ਸੈਲਿਨਾ ਰੋਬਿਨਸਨ ਵੱਲੋਂ ਕੈਂਸਰ ਵਰਗੀ ਬਿਮਾਰੀ ਨੂੰ ਮਾਤ ਦਿੱਤੀ ਗਈ ਹੈ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਇਸ ਸੰਬੰਧੀ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਵਿੱਤ ਮੰਤਰੀ ਨੂੰ ਇਸ ਕੈਂਸਰ ਨੂੰ ਹਰਾਉਣ ਤੋਂ ਬਾਅਦ ਮੁਬਾਰਕਬਾਦ ਆਖੀ ਹੈ। ਸੈਲਿਨਾ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਸ ਵੱਲੋਂ ਕੈਂਸਰ ਬਿਮਾਰੀ ਨੂੰ ਮਾਤ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਦੀ ਵਿੱਤ ਮੰਤਰੀ ਸੈਲਿਨਾ ਰੋਬਿਨਸਨ ਵੱਲੋਂ ਕੈਂਸਰ ਨੂੰ ਮਾਤ ਦਿੱਤੀ ਗਈ ਹੈ, ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਖੁਦ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਇਸ ਸੰਬੰਧੀ ਖਬਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਸੈਲਿਨਾ ਰੋਬਿਨਸਨ ਹੁਣ ਕੈਂਸਰ ਦੀ ਮਰੀਜ਼ ਨਹੀਂ ਰਹੀ। ਇਸ ਸੰਬੰਧੀ ਜੌਨ ਹੌਰਗਨ ਵੱਲੋਂ ਵਿੱਤ ਮੰਤਰੀ ਨੂੰ ਕੈਂਸਰ ਹਰਾਉਣ ਤੋਂ ਬਾਅਦ ਵਧਾਈ ਦਿੱਤੀ ਗਈ। ਸੈਲਿਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਿਖਿਆ ਗਿਆ ਕਿ ਮੈਂ ਬ੍ਰਿਟਿਸ਼ ਕੋਲੰਬੀਆ ਕੈਂਸਰ ਏਜੰਸੀ ਆਪਣੇ ਐਨੂਅਲ ਵਿਜ਼ਿਟ ਦੇ ਵਾਸਤੇ ਗਈ ਸੀ। ਜੋ ਮੈਂ ਆਪਣੇ ਔਨਕੋਲੋਜਿਸਟ ਤੋਂ ਸ਼ਬਦ ਸੁਣੇ ਉਹ ਮੈਂ ਕਦੇ ਨਹੀਂ ਭੁੱਲ ਸਕਦੀ। ਮੈਂ 15 ਸਾਲ ਤੋਂ ਕੀਮੋਥੈਰੇਪੀ, ਬਲੱਡ ਟੈਸਟ ਅਤੇ ਸਾਲਾਨਾ ਸੀਟੀ ਸਕੈਨ ਕਰਵਾ ਰਹੀ ਹਾਂ। ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੈਨੂੰ ਸਾਰੀ ਉਮਰ ਅਜਿਹਾ ਹੀ ਕਰਨਾ ਪਵੇਗਾ। ਹੁਣ ਮੈਨੂੰ ਮੇਰੇ ਔਨਕੋਲੋਜਿਸਟ ਨੇ ਦੱਸਿਆ ਹੈ ਕਿ ਮੈਂ ਇਸ ਬਿਮਾਰੀ ਤੋਂ ਠੀਕ ਹੋ ਚੁੱਕੀ ਹਾਂ। ਜਦੋਂ ਮੈਂ 42 ਸਾਲ ਦੀ ਸੀ ਤਾਂ ਮੈਨੂੰ ਇਹ ਕਦੇ ਨਹੀਂ ਲੱਗਿਆ ਕਿ ਮੈਂ ਕੈਂਸਰ ਨੂੰ ਮਾਤ ਦੇ ਸਕਾਂਗੀ, ਤੇ ਹੁਣ ਮੈਨੂੰ ਮੌਜੂਦਾ ਸਮੇਂ ਇਹ ਉਮੀਦ ਨਹੀਂ ਸੀ ਕਿ ਮੈਨੂੰ ਇਹ ਸ਼ਬਦ ਸੁਣਨ ਨੂੰ ਮਿਲਣਗੇ ਕਿ ਮੈਂ ਕੈਂਸਰ ਨੂੰ ਮਾਤ ਦੇ ਦਿੱਤੀ ਹੈ। ਨਾਲ ਹੀ ਵਿੱਤ ਮੰਤਰੀ ਨੇ ਲਿਖਿਆ ਹੈਪੀ ਟੀਅਰਸ। ਉਹਨਾਂ ਦੀ ਇਹ ਪੋਸਟ ਦਾ ਸਕਰੀਨਸ਼ਾਟ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਸਕਰੀਨਸ਼ਾਟ ਨੂੰ ਸਾਂਝਾ ਕਰਦਿਆਂ ਪ੍ਰੀਮੀਅਰ ਵੱਲੋਂ ਸੈਲਿਨਾ ਨੂੰ ਮੁਬਾਰਕਬਾਦ ਆਖੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਲਾਅ ਸੁਸਾਇਟੀ ਵੱਲੋਂ ਸਰੀ ਦੇ ਪੰਜਾਬੀ ਵਕੀਲ ਨੂੰ ਪ੍ਰੈਕਟਿਸ ਤੋਂ ਸਸਪੈਂਡ ਕੀਤਾ ਗਿਆ ਹੈ। ਇਸ ਵਕੀਲ ਦਾ ਨਾਮ ਨਰਿੰਦਰਪਾਲ ਸਿੰਘ ਕੰਗ ਹੈ। ਇਸ ਦੇ ਉੱਪਰ ਘਰੇਲੂ ਹਿੰਸਾ ਦੇ ਇਲਜ਼ਾਮ ਲੱਗੇ ਨੇ। ਇਹ ਮਾਮਲਾ 2018 ਦਾ ਹੈ, ਜਿਸ ਸੰਬੰਧੀ ਉਸ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਵੱਲੋਂ ਆਪਣੀ ਪਤਨੀ ਦੇ ਨਾਲ ਗਲਤ ਵਿਵਹਾਰ ਕੀਤਾ ਗਿਆ ਸੀ ਅਤੇ ਆਪਣੀ ਪਤਨੀ ਨੂੰ ਸਰੀਰਕ ਸੱਟ ਪਹੁੰਚਾਉਣ ਦੀ ਵੀ ਕੋਸ਼ਿਸ਼ ਇਸ ਵਕੀਲ ਵੱਲੋਂ ਕੀਤੀ ਗਈ ਸੀ। ਘਰੇਲੂ ਹਿੰਸਾ ਦੇ ਸੰਬੰਧ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਲਾਅ ਸੁਸਾਇਟੀ ਵੱਲੋਂ ਸਰੀ ਦੇ ਵਕੀਲ ਨੂੰ ਪ੍ਰੈਕਟਿਸ ਤੋਂ ਸਸਪੈਂਡ ਕੀਤਾ ਗਿਆ। ਆਪਣੀ ਪਤਨੀ ਦੇ ਨਾਲ ਗਲਤ ਵਿਵਹਾਰ ਕਰਨ ਦੇ ਕਾਰਨ ਇਸ ਵਕੀਲ ਨੂੰ ਚਾਰਜ ਕੀਤਾ ਗਿਆ, ਜਿਸ ਤੋਂ ਬਾਅਦ ਸਰੀ ਦੇ ਲਾਇਰ ਨਰਿੰਦਰਪਾਲ ਸਿੰਘ ਕੰਗ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਸਸਪੈਂਸ਼ਨ ਦੀ ਸ਼ੁਰੂਆਤ ਜੁਲਾਈ 1 ਤੋਂ ਹੋਵੇਗੀ, ਜੋ ਕਿ 2 ਮਹੀਨਿਆਂ ਤੱਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਕੰਗ ਸਰੀ ਦਾ ਇੱਕ ਪ੍ਰੋਮੀਨੈਂਟ ਲਾਇਰ ਸੀ ਤੇ ਉਸ ਵੱਲੋਂ ਇਮੀਗ੍ਰੇਸ਼ਨ ਅਤੇ ਰੈਫਿਊਜੀਜ਼ ਬੋਰਡ ਆਫ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਜੱਜ ਦੇ ਤੌਰ ਦੇ ਉੱਪਰ ਵੀ ਸੇਵਾਵਾਂ ਦਿੱਤੀਆਂ। ਜਿਸ ਘਟਨਾ ਦੇ ਸੰਬੰਧ ਦੇ ਵਿੱਚ ਕੰਗ ਨੂੰ ਚਾਰਜ ਕੀਤਾ ਗਿਆ ਹੈ, ਉਹ ਘਟਨਾ ਜੂਨ 15, 2018 ਦੀ ਹੈ। ਲਾਅ ਸੁਸਾਇਟੀ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 5 ਵਿੱਚੋਂ ਇੱਕ ਐਲੀਗੇਸ਼ਨ ਕੰਗ ਵੱਲੋਂ ਸਵੀਕਾਰ ਕੀਤਾ ਗਿਆ।
ਬ੍ਰਿਟਿਸ਼ ਕੋਲੰਬੀਆ ਲਾਅ ਸੁਸਾਇਟੀ ਵੱਲੋਂ ਹੀਅਰਿੰਗ ਡਿਸੀਜਨ ਦੇ ਮੁਤਾਬਕ ਵੈਬਸਾਈਟ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਕੰਗ ਅਤੇ ਉਸ ਦੀ ਪਤਨੀ ਇੱਕ ਫੰਕਸ਼ਨ ਤੋਂ ਵਾਪਸ ਘਰ ਪਰਤੇ ਸਨ। ਕੰਗ ਵੱਲੋਂ ਸ਼ਰਾਬ ਪੀਤੀ ਹੋਈ ਸੀ। ਉਸ ਦੀ ਅਤੇ ਉਸ ਦੀ ਪਤਨੀ ਦੀ ਕਿਸੇ ਗੱਲ ਤੋਂ ਆਪਸ ਦੇ ਵਿੱਚ ਬਹਿਸ ਹੋ ਗਈ। ਕੰਗ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਆਪਣੀ ਪਤਨੀ ਨੂੰ ਫਿਜ਼ੀਕਲ ਹਾਰਮ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਕੰਗ ਦੀ ਪਤਨੀ ਵੱਲੋਂ 9/11 ਦੇ ਉੱਪਰ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ। ਕੰਗ ਨੂੰ ਮਿਸਚੀਵ ਅਤੇ ਅਸਾਲਟ ਦੇ ਕਾਰਨ ਚਾਰਜ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਲਾਅ ਸੁਸਾਇਟੀ ਵੱਲੋਂ ਹੀਅਰਿੰਗ ਡਾਕੂਮੈਂਟਸ ਦੇ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਦੌਰਾਨ ਸਪਾਊਸ ਜਾਣੀ ਕਿ ਕੰਗ ਦੀ ਪਤਨੀ ਨੂੰ ਕੋਈ ਸਰੀਰਕ ਸੱਟਾਂ ਨਹੀਂ ਆਈਆਂ। ਕੈਨੇਡਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਜ਼ਿਆਦਾ ਘਟ ਰਹੇ ਨੇ। ਕਿਸ ਸੂਬੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਲ ਹੀ ਦੱਸਾਂਗੇ ਕਿ ਕੈਨੇਡਾ ਦੇ ਵਿੱਚ ਕੀ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ ਹਨ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 296 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 6 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਓਨਟਾਰੀਓ ਦੇ ਵਿੱਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਜੂਨ 30 ਤੋਂ ਕੀਤੀ ਜਾ ਰਹੀ ਹੈ। ਕਿਉਂਕਿ ਪ੍ਰੋਵਿੰਸ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਦੇ ਵਿੱਚ ਕਾਫੀ ਤੇਜ਼ੀ ਲਿਆਂਦੀ ਗਈ ਹੈ, ਜਿਸ ਤੋਂ ਬਾਅਦ ਹੁਣ ਸਮੇਂ ਤੋਂ ਪਹਿਲਾਂ ਦੂਸਰੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 96 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ 4 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 3,74,318 ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 11,202 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 143 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 38 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ। ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਜੋ ਸਾਂਝੀ ਕੀਤੀ ਗਈ ਹੈ, ਉਸ ਮੁਤਾਬਕ ਪ੍ਰੋਵਿੰਸ ਦੇ ਵਿੱਚ 80% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ ਤੇ 23% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲੱਗ ਚੁੱਕੀਆਂ ਹਨ। ਮੈਨੀਟੋਬਾ ਵੱਲੋਂ ਸਾਰਿਆਂ ਵਾਸਤੇ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਓਪਨ ਕਰ ਦਿੱਤੀ ਗਈ ਹੈ। ਮੈਨੀਟੋਬਾ ਵਾਸੀ ਜਿਹੜੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਵਾ ਚੁੱਕੇ ਨੇ, ਉਹ ਹੁਣ ਸੈਕਿੰਡ ਡੋਜ਼ ਦੇ ਵਾਸਤੇ ਐਲੀਜੀਬਲ ਹੋਣਗੇ। ਕੈਨੇਡਾ ਦੇ ਵਿੱਚ ਹੁਣ ਤੱਕ 14.1 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 26,168 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.8 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਸਸਕੈਚੁਆਨ ਚੋਂ ਮਿਲੀਆਂ 751 ਬੇਨਾਮ ਕਬਰਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਕੈਨੇਡਾ ਨੇ ਕੱਢਿਆ ਐਕਸਪ੍ਰੈਸ ਐਂਟਰੀ ਡਰਾਅ, 6,000 ਉਮੀਦਵਾਰਾਂ ਨੂੰ ਮਿਲੇ ਸੱਦੇ। ਭਾਰਤ ਦੇ ਵਿੱਚ ਮੁੜ ਸ਼ੁਰੂ ਹੋਈਆਂ ਮੈਡੀਕਲ ਸੇਵਾਵਾਂ, ਕੈਨੇਡਾ ਹਾਈ ਕਮਿਸ਼ਨ ਨੇ ਦਿੱਤੀ ਜਾਣਕਾਰੀ। ਵੈਨਕੂਵਰ ਆਰਟ ਗੈਲਰੀ ਬਾਹਰ ਪ੍ਰਦਰਸ਼ਨ, ਕਿਸਾਨਾਂ ਦੇ ਲਈ ਫਿਰ ਚੁੱਕੀ ਜਾਵੇਗੀ ਆਵਾਜ਼। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਹਫ਼ਤੇ ਰਹੇਗੀ ਕਾਫੀ ਗਰਮੀ, ਬੇਘਰ ਲੋਕਾਂ ਨੂੰ ਪਾਣੀ ਪਹੁੰਚਾਉਣਾ ਜ਼ਰੂਰੀ। ਨਸ਼ੇ ਦੇ ਮਾਮਲੇ ਦੇ ਵਿੱਚ 15 ਜਾਣੇ ਕਾਬੂ, ਕਿਸੇ ਪੰਜਾਬੀ ਦਾ ਨਾਮ ਨਹੀਂ ਸ਼ਾਮਿਲ। ਖਬਰਾਂ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।